ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਜੀਵ ਨੂੰ ਸੰਸਾਰ ਦੇ ਵਿੱਚ ਭੇਜਿਆ। ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨੁਖ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ ਸਾਹ ਦੇਹੀ ਭਜ ਹਰ ਕੀ ਸੇ। ਕਿ ਭਾਈ ਜਾ ਕੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਸੰਸਾਰ ਦੀ ਨਿਵਰਤੀ ਕਰਨੀ ਹੈ। ਤੋ ਮਹਾਰਾਜ ਇੱਥੇ ਆਣ ਕੇ ਜੀਵ ਭੁੱਲ ਗਿਆ ਔਰ ਉਸ ਨੂੰ ਫੇਰ ਦੁਬਾਰਾ ਚੇਤੇ ਕਰਾਉਣ ਵਾਸਤੇ ਵਾਹਿਗੁਰੂ ਪਰਮਾਤਮਾ ਜੀ ਗੁਰੂ ਦੇ ਰੂਪ ਦੇ ਵਿੱਚ ਉਪਦੇਸ਼ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੇਠ ਜੁੜੰਦਾ ਲੋੜੀਏ ਜਿਸ ਆਗੇ ਸਭ ਨਿਵਨ। ਮਹਾਰਾਜ ਜੇਠ ਦਾ ਮਹੀਨਾ ਉਪਦੇਸ਼ ਕਰਦੇ ਨੇ ਕਿ ਭਾਈ ਜੇਠ ਦਾ ਮਤਲਬ ਤਾਂ ਜੇਸ਼ਠ, ਸੰਸਾਰੀ ਤੌਰ ਦੇ ਉੱਤੇ ਜਿਸ ਤਰ੍ਹਾਂ ਪਤੀ ਦਾ ਵੱਡਾ ਭਰਾ ਜੇਠ ਹੁੰਦਾ, ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਘਰ ਦਾ ਮੁਖੀਆ ਹੁੰਦਾ ਸੀਗਾ ਜੇਸ਼ਠ, ਉਹ ਸਾਰਾ ਪਰਿਵਾਰ ਉਹਦੇ ਅੱਗੇ ਨਿਭਦਾ ਸੀ, ਉਹਦਾ ਸਤਿਕਾਰ ਕਰਦਾ ਸੀ, ਰਿਸਪੈਕਟ ਕਰਦਾ ਸੀ, ਉਹਦੀ ਆਗਿਆ ਦੇ ਵਿੱਚ ਚੱਲਦਾ ਸੀਗਾ, ਉਹਦੇ ਵਿਚਾਰ ਵਿੱਚ ਚੱਲਦਾ ਸੀਗਾ, ਸਨਮਾਨ ਕਰਦਾ ਸੀਗਾ। ਸਭ ਲੈਣ ਦੇਣ ਮੁਖੀਏ ਦੇ ਹੱਥ ਵਿੱਚ ਹੀ ਹੁੰਦਾ ਸੀ, ਜੇਸ਼ਠ ਦੇ ਹੱਥ ਵਿੱਚ ਹੀ ਹੁੰਦਾ ਸੀ ਤੇ ਘਰ ਸਵਰਗ ਹੁੰਦਾ ਸੀ। ਤੇ ਹੁਣ ਉਹ ਸਮਾਂ ਬਦਲ ਗਿਆ। ਹੁਣ ਹਰੇਕ ਮਨੁੱਖ ਕਹਿੰਦਾ ਕਿ ਮੈਂ ਹੀ ਵੱਡਾ ਵਾਂ, ਮੈਨੂੰ ਕਿਸੇ ਕੋਲੋਂ ਸਲਾਹ ਲੈਣ ਦੀ ਕੋਈ ਲੋੜ ਨਹੀਂ। ਇਸੇ ਕਰਕੇ ਹੀ ਘਰ ਬਰਬਾਦ ਹੋ ਗਏ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜੇਸ਼ਠ ਦੇ ਨਾਲ ਜੁੜਨ ਦੀ ਲੋੜ ਆ, ਪਰਿਵਾਰ ਦੇ ਆਪਸੀ ਵਿਚਾਰ ਦੀ ਲੋੜ ਆ। ਇਸੇ ਕਰਕੇ ਹੀ ਉਹ ਸਫਲ ਹੋ ਸਕਦਾ, ਘਰ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ। ਤੋ ਜਿੰਨਾ ਚਿਰ ਰਾਜਾ ਰਣਜੀਤ ਸਿੰਘ ਆਪ ਰਿਹਾ ਸਰੀਰ ਕਰਕੇ, ਉਹਨਾਂ ਚਿਰ ਦੁਸ਼ਮਣ ਜਿਹੜੇ ਸੀ ਉਹ ਦੂਰ ਰਹੇ। ਤੇ ਜਦੋਂ ਭਾਈ ਮੋਹ ਵਸ ਪੁੱਤਰ ਨੂੰ ਗੱਦੀ ਦੇ ਦਿੱਤੀ ਤੇ ਫਿਰ ਕਈ ਦੁਸ਼ਮਣ ਬਣ ਗਏ। ਭਰਾ ਦੁਸ਼ਮਣ ਬਣ ਗਿਆ, ਪੁੱਤਰ ਦੁਸ਼ਮਣ ਬਣ ਗਿਆ। ਵੈਰੀਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਪਾੜ ਦਿੱਤਾ, ਚੁਗਲੀ ਕਰਕੇ ਸਾਰਾ ਪਰਿਵਾਰ ਵੱਖਰਾ ਵੱਖਰਾ ਕਰ ਦਿੱਤਾ ਤੇ ਰਾਜ ਖਤਮ ਹੋ ਗਿਆ।
ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਗ੍ਰਸਤ ਵੀ ਇੱਕ ਛੋਟਾ ਜਿਹਾ ਰਾਜ ਹੁੰਦਾ, ਇਹਦੇ ਵਿੱਚ ਮੁਖੀਆ ਜਿਹੜਾ ਉਹਨੂੰ ਪਾਵਰ ਦੇਣੀ ਚਾਹੀਦੀ ਹੈ, ਔਰ ਜੁੜਨ ਦਾ ਲੋੜੀਏ, ਉਹਦੇ ਨਾਲ ਜੁੜਨ ਦੀ ਲੋੜ ਆ, ਉਹਦੇ ਨਾਲ ਸਲਾਹ ਲੈਣ ਦੀ ਲੋੜ ਆ, ਤਾਂ ਹੀ ਘਰ ਦੇ ਵਿੱਚ ਬਰਕਤਾਂ ਆ ਸਕਦੀਆਂ। ਤੋਂ ਦੂਸਰੇ ਪਾਸੇ ਇਹਦਾ ਜਿਹੜਾ ਧਾਰਮਿਕ ਭਾਵ ਆ ਉਹ ਹਰ ਸੱਜਣ ਮਹਾਰਾਜ ਭਾਈ ਇਹ ਉਪਦੇਸ਼ ਕਰਦੇ ਨੇ ਕਿ ਹਰ ਜੇਠ ਜੁੜਨ ਦਾ ਲੋੜੀਏ। ਜਿਹੜਾ ਹਰੀ ਆ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਉਹ ਵੀ ਭਾਈ ਜੇਠ ਆ, ਜੇਸ਼ਠ ਆ, ਸਭ ਤੋਂ ਵੱਡਾ ਵਾ, ਤੇ ਉਹਦੇ ਚਰਨਾਂ ਦੇ ਨਾਲ ਵੀ ਜੁੜਨ ਦੀ ਲੋੜ ਆ। ਤੇ ਉਹਦੇ ਜਿਹੜੇ ਚਰਨ ਨੇ ਉਹ ਕੀ ਨੇ? ਸੇਵਾ ਸਿਮਰਨ, ਦਇਆ, ਪੁੰਨ, ਪਰਉਪਕਾਰ, ਭਲਾ, ਇਹੋ ਹੀ ਪਰਮਾਤਮਾ ਦੇ ਚਰਨ ਹੁੰਦੇ ਆ ਜਿਨ੍ਹਾਂ ਦੇ ਨਾਲ ਜੁੜਨਾ ਹੁੰਦਾ ਵਾ। ਕਿਉਂਕਿ ਜਿਸ ਆਗੇ ਸਭ ਨਿਵਨ, ਉਸ ਪਰਮਾਤਮਾ ਦੇ ਅੱਗੇ ਸਾਰੇ ਨਿਭਦੇ ਨੇ, ਕਿਉਂਕਿ ਸਾਰਿਆਂ ਨੂੰ ਹੀ ਸ਼ਾਂਤੀ ਦੀ ਲੋੜ ਆ, ਸਾਰਿਆਂ ਨੂੰ ਹੀ ਸੁੱਖ ਦੀ ਲੋੜ ਆ, ਸਾਰਿਆਂ ਨੂੰ ਹੀ ਆਨੰਦ ਦੀ ਲੋੜ ਆ, ਸਾਰਿਆਂ ਨੂੰ ਹੀ ਮੁਕਤੀ ਦੀ ਲੋੜ ਆ। ਇਸ ਕਰਕੇ ਹੀ ਤਾਂ ਸਾਰਾ ਸੰਸਾਰ ਕਾਰੋਬਾਰ ਕਰਦਾ, ਭੱਜਾ ਫਿਰਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਸਾਰਿਆਂ ਨੂੰ ਹੀ ਸੁਖ ਸ਼ਾਂਤੀ ਦੀ ਲੋੜ ਆ, ਨਿਭਦੇ ਨੇ, ਤੇ ਸੁਖ ਸ਼ਾਂਤੀ ਲੈਣੀ ਆ ਤੇ ਫਿਰ ਉਹਦੇ ਚਰਨਾਂ ਦੇ ਨਾਲ ਜੁੜਨਾ ਪਵੇਗਾ, ਜੁੜਨ ਦੀ ਲੋੜ ਆ। ਔਰ ਉਹਦੇ ਚਰਨ ਜਿਹੜੇ ਨੇ ਉਹ ਸ਼ੁਭ ਗੁਣ ਹੁੰਦੇ ਆ, ਸ਼ੁਭ ਸੰਸਕਾਰ ਹੁੰਦੇ ਆ, ਉਹ ਹੀ ਦਇਆ, ਸੰਤੋਖ, ਧੀਰਜ, ਖਮਾ, ਨਿਮਰਤਾ, ਸਹਿਜ, ਅਡੋਲਤਾ, ਸੇਵਾ, ਸਿਮਰਨ, ਇਹ ਉਹਦੇ ਚਰਨ ਹੁੰਦੇ ਆ। ਇਹਨਾਂ ਦੇ ਨਾਲ ਹੀ ਜੁੜਨਾ ਹੁੰਦਾ। ਤੋਂ ਤਾਂ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਜਦੋਂ ਚੰਗੇ ਗੁਣਾਂ ਦੇ ਨਾਲ ਜੁੜਾਂਗੇ ਤੇ ਨਿੰਦਿਆ, ਚੁਗਲੀ, ਈਰਖਾ, ਵਖੀਲੀ, ਰਾਗ, ਦਵੇਸ਼ ਦੂਰ ਹੋਵੇਗਾ ਤੇ ਵਿਕਾਰ ਨਿਵਰਤ ਹੋ ਜਾਣਗੇ, ਮਨ ਦੇ ਵਿੱਚ ਸੁੱਖ ਸ਼ਾਂਤੀ ਆ ਜਾਏਗੀ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਸਾਧ ਸੰਗਤ, ਜਿਸ ਤਰ੍ਹਾਂ ਇਸਤਰੀ ਜਦੋਂ ਪਤੀ ਦੇ ਨਾਲ ਵਿਆਹ ਕਰ ਲੈਂਦੀ ਆ, ਉਹਦੇ ਦਾਮਣ ਲੱਗ ਜਾਂਦੀ ਆ, ਉਹਦੇ ਪੱਲੇ ਲੱਗ ਜਾਂਦੀ ਆ, ਤੇ ਫਿਰ ਸਾਰੀਆਂ ਜ਼ਿੰਮੇਵਾਰੀਆਂ ਪਤੀ ਦੇ ਉੱਤੇ ਆ ਜਾਂਦੀਆਂ, ਲੈਣ ਦੇਣ ਦੀਆਂ ਜੋ ਵੀ ਆ। ਤੇ ਇਸਤਰੀ ਜਿਹੜੀ ਹੈਗੀ ਆ ਭਾਈ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦੀ ਆ। ਇੱਕ ਵਾਰੀ ਪਤੀ ਪਤਨੀ ਬੇੜੀ ਦੇ ਵਿੱਚ ਬੈਠ ਕੇ ਦਰਿਆ ਪਾਰ ਕਰਨ ਦਾ ਸੀ। ਜਦੋਂ ਬੇੜੀ ਆਦਰ ਚ ਗਈ ਤੇ ਤੂਫਾਨ ਆ ਗਿਆ, ਤੇ ਜਿਹੜਾ ਪਤੀ ਸੀਗਾ ਉਹ ਮਾਲਾ ਫੇਰਨ ਲੱਗ ਪਿਆ, ਕਿਉਂਕਿ ਉਹ ਪਰਮਾਤਮਾ ਦਾ ਸੇਵਕ ਸੀ। ਪਤਨੀ ਕਹਿੰਦੀ ਕਿ ਕੁਛ ਕਰੋ, ਲੇਕਿਨ ਪਤੀ ਮਾਲਾ ਫੇਰੀ ਜਾਵੇ ਤੇ ਆਖੇ ਕੋਈ ਨਹੀਂ, ਪਰਮਾਤਮਾ ਤੇ ਵਿਸ਼ਵਾਸ ਰੱਖ। ਉਹ ਪਤਨੀ ਜਿਹੜੀ ਸੀਗੀ ਉਹ ਰੌਲਾ ਪਾਵੇ ਕਿ ਕੁਛ ਕਰੋ, ਤੇ ਪਤੀ ਨੇ ਕੀ ਕੀਤਾ ਕਿ ਤਲਵਾਰ ਕੱਢੀ। ਕਹਿੰਦਾ ਮੈਂ ਤੈਨੂੰ ਡਰ ਲੱਗਦਾ, ਮੈਂ ਤੇਰੀ ਧੌਣ ਜਿਹੜੀ ਹੈ ਵੱਖਰੀ ਕਰ ਦਿੰਦਾ। ਤੇ ਤਲਵਾਰ ਕੱਢੀ ਤੇ ਤਾਂ ਉੱਤੇ ਲਿਜਾ ਕੇ ਕੱਸੀ ਮਾਰਨ ਵਾਸਤੇ, ਤੇ ਪਤਨੀ ਜਿਹੜੀ ਸੀਗੀ ਉਹ ਹੱਸਣ ਲੱਗ ਪਈ। ਪਤੀ ਕਹਿੰਦਾ ਕਿ ਮੈਂ ਤੇਰੇ ਤਲਵਾਰ ਮਾਰਨ ਲੱਗਾ ਤੇ ਤੂੰ ਕਿਉਂ ਹੱਸਦੀ ਆ, ਤੂੰ ਕਿਉਂ ਹੱਸਦੀ ਆ? ਤੇ ਉਹ ਕਹਿਣ ਲੱਗੀ ਕਿ ਮੈਨੂੰ ਵਿਸ਼ਵਾਸ ਹੈ ਤੂੰ ਮੇਰਾ ਪਤੀ ਆ, ਤੂੰ ਮੇਰੇ ਤਲਵਾਰ ਨਹੀਂ ਮਾਰ ਸਕਦਾ।
ਕਹਿੰਦਾ ਕਿਉਂ? ਕਹਿੰਦੀ ਮੈਨੂੰ ਪੂਰਾ ਵਿਸ਼ਵਾਸ ਹੈ। ਤੇ ਉਹ ਕਹਿੰਦਾ ਬਸ ਫਿਰ ਇਸੇ ਤਰ੍ਹਾਂ ਹੀ ਮੈਂ ਜਿਹਦੀ ਮਾਲਾ ਫੇਰਦਾ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮੇਰਾ, ਔਰ ਉਹ ਮੈਨੂੰ ਮਰਨ ਨਹੀਂ ਦਊਗਾ, ਇਹ ਮੈਨੂੰ ਵਿਸ਼ਵਾਸ ਆ। ਬਸ ਇੰਨੀ ਵਿਚਾਰ ਕਰਦੇ ਸੀਗੇ ਤੇ ਜਦ ਨੂੰ ਤੂਫਾਨ ਜਿਹੜਾ ਸੀਗਾ ਉਹ ਰੁਕ ਗਿਆ ਤੇ ਬੇੜੀ ਜਿਹੜੀ ਸੀਗੀ ਉਹ ਪਾਰ ਹੋ ਗਈ। ਤੋ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਦੂਸਰੇ ਪਾਸੇ ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਬੰਨ। ਹਰੀ ਸੱਜਣ ਦੇ ਚਰਨੀ ਲੱਗਿਆ, ਜਿਹੜੇ ਸ਼ੁਭ ਗੁਣ ਨੇ, ਸ਼ੁਭ ਸੰਸਕਾਰ ਨੇ, ਇਹੋ ਹੀ ਦਾਮਣ ਲੱਗਣਾ ਹੁੰਦਾ। ਸੇਵਾ ਸਿਮਰਨ, ਪੁੰਨ ਦਾਨ, ਪਰਉਪਕਾਰ, ਭਲਾ ਕਰਨਾ, ਇਹੋ ਹੀ ਪਰਮਾਤਮਾ ਦੇ ਦਾਮਣ ਲੱਗਣਾ, ਚਰਨੀ ਲੱਗਣਾ ਹੁੰਦਾ, ਲੜ ਲੱਗਣਾ ਹੁੰਦਾ। ਤੇ ਇਹ ਲੱਗਣ ਦੇ ਨਾਲ, ਸ਼ੁਭ ਗੁਣ ਕਰਨ ਦੇ ਨਾਲ ਕੀ ਹੁੰਦਾ ਕਿ ਸਾਰੇ ਬੰਧਨ ਦੂਰ ਹੋ ਜਾਂਦੇ ਆ। ਉਹਨੂੰ ਕੋਈ ਵੀ ਭਰਮ ਜਾਂ ਕੋਈ ਉਹਨੂੰ ਭੈ, ਕਿਸੇ ਪ੍ਰਕਾਰ ਦਾ ਵਿਕਾਰ ਜਿਹੜਾ ਉਹਨੂੰ ਦੁਖੀ ਨਹੀਂ ਕਰਦਾ। ਮਾਇਆ ਦੀ ਛਾਇਆ ਜਿਹੜੀ ਆ ਉਹਨੂੰ ਦੁਖੀ ਨਹੀਂ ਕਰਦੀ। ਉਹ ਸਹਿਜ ਅਵਸਥਾ ਦੇ ਵਿੱਚ ਜੀਵਨ ਬਤੀਤ ਕਰਦਾ। ਕੌਣ? ਜਿਹੜਾ ਪਰਮਾਤਮਾ ਦੇ ਦਾਮਣ ਲੱਗਾ। ਪਰਮਾਤਮਾ ਦੇ ਦਾਮਣ ਦਾ ਕੀ ਅਰਥ ਆ? ਦਇਆ, ਸੰਤੋਖ, ਧੀਰਜ, ਖਿਮਾ, ਨਿਮਰਤਾ, ਸਹਿਜ ਅਡੋਲਤਾ, ਸੇਵਾ ਸਿਮਰਨ, ਦਾਨ ਪੁੰਨ, ਪਰਉਪਕਾਰ ਕਰਨਾ, ਨਾਮ ਦਾਨ, ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਨਾ, ਅੰਮ੍ਰਿਤ ਵੇਲਾ ਸੰਭਾਲਣਾ, ਇਹੋ ਹੀ ਪਰਮਾਤਮਾ ਦੇ ਦਾਮਣ ਲੱਗਣਾ ਹੁੰਦਾ। ਤੇ ਜਿਹੜਾ ਇਹ ਲੱਗਦਾ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ। ਤੇ ਹਰੀ ਸੱਜਣ ਫਿਰ ਉਹਦੇ ਸਾਰੇ ਬੰਧਨ ਤੋੜ ਦਿੰਦਾ, ਭਰਮ ਭੈ ਜਿੰਨੇ ਵੀ ਵਿਕਾਰ ਨੇ, ਕਲੇਸ਼ ਨੇ, ਸਾਰੇ ਦੂਰ ਕਰ ਦਿੰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੇ ਨਾਨਕ ਗੂੜਾ ਰੰਗ। ਭਾਈ ਉਹਦੇ ਹੀ ਬੰਧਨ ਟੁੱਟਦੇ ਨੇ। ਜਿਹੜਾ ਪਰਮਾਤਮਾ ਦਾ ਸੇਵਕ ਸੰਤਾਂ ਦੀ ਸੰਗਤ ਕਰਕੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ। ਤੇ ਮਹਾਰਾਜ ਕਹਿੰਦੇ ਨੇ ਕਿ ਭਾਈ ਉਹਨੂੰ ਨਾਮ ਦਾ ਐਸਾ ਗੂੜਾ ਰੰਗ ਲੱਗਦਾ ਕਿ ਉਹਦੇ ਸਾਰੇ ਬੰਧਨ ਟੁੱਟ ਜਾਂਦੇ ਨੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ। ਸਾਧ ਸੰਗਤ, ਸੰਸਾਰ ਦਾ ਜਿਹੜਾ ਧਨ ਪਦਾਰਥ ਆ ਇਹ ਨਾਸ਼ਵਾਨ ਹੋ ਜਾਂਦਾ, ਖੋਇਆ ਜਾਂਦਾ। ਚੋਰ ਚੋਰੀ ਕਰ ਲੈਂਦੇ ਆ, ਸੰਨ ਲਾ ਕੇ ਦੁਕਾਨਾਂ ਦੇ ਵਿੱਚੋਂ ਸਮਾਨ ਕੱਢ ਲੈਂਦੇ ਆ। ਸੁਰੱਖਿਅਤ ਨਹੀਂ ਹੈਗਾ ਧਨ, ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਜਿਹੜਾ ਖੋਟੀ ਕਿਰਤ ਕਰਕੇ ਧਨ ਇਕੱਠਾ ਕੀਤਾ ਉਹ ਟਿਕਣ ਵਾਲਾ ਨਹੀਂ ਹੁੰਦਾ, ਉਹ ਚਲੇ ਜਾਂਦਾ, ਜਾਂ ਬਿਮਾਰੀਆਂ ਦੇ ਰੂਪ 'ਚ ਚਲੇ ਜਾਂਦਾ, ਜਾਂ ਉਹਨੂੰ ਕੋਈ ਲੁੱਟ ਕੇ ਲੈ ਜਾਂਦਾ, ਘਾਟਾ ਪਾ ਦਿੰਦਾ, ਬੁੱਧੀ ਭ੍ਰਿਸ਼ਟ ਕਰ ਦਿੰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜਾ ਸੰਸਾਰ ਦਾ ਧਨ ਆ, ਬੀਬੀਆਂ ਗਲਾਂ ਦੇ ਵਿੱਚ ਚੈਨੀ ਪਾ ਕੇ ਬਾਜ਼ਾਰ ਜਾਂਦੀਆਂ, ਇਹਨਾਂ ਦੀਆਂ ਚੈਨੀਆਂ ਲਾ ਲੈਂਦੇ ਨੇ, ਕੰਨਾਂ 'ਚੋਂ ਵਾਲੀਆਂ ਖਿੱਚ ਲੈਂਦੇ ਆ, ਹੱਥਾਂ 'ਚੋਂ ਮੋਬਾਈਲ ਖਿੱਚ ਲੈਂਦੇ ਨੇ। ਸੰਸਾਰ ਦਾ ਧਨ ਜਿਹੜਾ ਉਹ ਭਾਈ ਨਾਸ਼ਵਾਨ ਹੁੰਦਾ। ਕੋਈ ਵੀ ਚੀਜ਼ ਨਵੀਂ ਲੈ ਕੇ ਆਓ
ਤੇ ਉਹ ਕੋਈ ਵੀ ਚੀਜ਼ ਲੈ ਕੇ ਆਓ ਨਵੀਂ, ਬਸ ਥੋੜੇ ਸਮੇਂ ਮਗਰੋਂ ਆਪਣੇ ਆਪ ਹੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਕੀਮਤ ਉਹਦੀ ਘਟ ਜਾਂਦੀ ਹੈ। ਜਿਹੜੀ ਉਹ ਸੋਨੇ ਦੇ ਭਾਅ ਲੈ ਕੇ ਆਏ ਸੀਗੇ, ਮੁੜ ਕੇ ਫਿਰ ਮਿੱਟੀ ਦੇ ਭਾਅ ਦੇਣੀ ਪੈਂਦੀ। ਤੋ ਇਹ ਮਹਾਰਾਜ ਕਹਿੰਦੇ ਨੇ ਕਿ ਭਾਈ ਉਹਨਾਂ ਕੀ ਪਦਾਰਥ ਲਿਆ ਜਿੰਨਾ ਕੁ ਮਹਾਰਾਜ ਕਹਿੰਦੇ ਨੇ ਕਿ ਸਾਈਂ ਇਤਨਾ ਦੀਜੀਏ ਜਹ ਮੈਂ ਕੁਟੁੰਬ ਸਮਾਏ, ਮੈਂ ਨਾ ਭੁੱਖਾ ਸੌਂ ਤੇ ਸਾਧੂ ਨਾ ਭੁੱਖਾ ਜਾਏ। ਮਹਾਰਾਜ ਇੰਨਾ ਕੀ ਦਿਓ ਜਿਹਦੇ ਨਾਲ ਮੈਂ ਵੀ ਪ੍ਰਸ਼ਾਦਾ ਛਕਾਂ ਤੇ ਘਰ ਆਉਣ ਵਾਲਾ ਵੀ ਛਕੇ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਸੰਸਾਰ ਦਾ ਜਿਹੜਾ ਧਨ ਆ, ਦੌਲਤ ਆ, ਇਹ ਟਿਕਣ ਵਾਲੀ ਨਹੀਂ, ਇਹ ਉੱਡ ਜਾਂਦੀ ਆ, ਇਹਨੂੰ ਲੁੱਟ ਲੈਂਦਾ ਕੋਈ। ਤੋ ਜਿਹੜਾ ਨਾਮ ਆ ਪ੍ਰਭੂ ਦਾ, ਇਹ ਵੀ ਧਨ ਆ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣੀ। ਮਤੀ ਦੇ ਵਿੱਚ ਜਿਹੜੇ ਸ਼ੁਭ ਗੁਣ ਨੇ, ਦਇਆ, ਸੰਤੋਖ, ਧੀਰਜ, ਖਿਮਾ, ਨਿਮਰਤਾ, ਸਹਿਜ, ਅਡੋਲਤਾ, ਸੇਵਾ, ਸਿਮਰਨ, ਦਾਨ, ਪੁੰਨ, ਪਰਉਪਕਾਰ, ਚੰਗਾ ਵਿਵਹਾਰ ਕਰਨਾ, ਇਹ ਦੇਵੀ ਸੰਪਦਾ ਹੁੰਦੀ ਆ। ਤੋ ਕਹਿੰਦੇ ਕਿ ਜਿਹੜੀ ਇਹ ਚੰਗੇ ਸੰਸਕਾਰ ਜਿਹੜੇ ਹਿਰਦੇ 'ਚ ਆ ਜਾਂਦੇ ਆ, ਦਿਮਾਗ ਵਿੱਚ ਮਤੀ 'ਚ ਆ ਜਾਂਦੇ ਆ, ਮੁੜ ਕੇ ਫਿਰ ਇਹਨਾਂ ਨੂੰ ਕੋਈ ਖੋਹ ਨਹੀਂ ਸਕਦਾ, ਨਾ ਤੇ ਇਹਨਾਂ ਨੂੰ ਕੋਈ ਲੁੱਟ ਸਕਦਾ। ਗੁਰ ਕਾ ਸ਼ਬਦ ਵਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਏ ਨਾ ਸਕੇ ਜਾਲੇ। ਤੋ ਵਾਹਿਗੁਰੂ ਪਰਮਾਤਮਾ ਦਾ ਨਾਮ ਧਨ ਜਿਹੜਾ, ਚੰਗੇ ਸੰਸਕਾਰ ਆ, ਚੰਗੇ ਵਿਚਾਰ ਆ, ਚੰਗੇ ਸੁਭਾਅ, ਚੰਗੀਆਂ ਆਦਤਾਂ, ਇਹ ਵਾਹਿਗੁਰੂ ਦੀਆਂ ਹੁੰਦੀਆਂ ਵਾ। ਇਹ ਜਿਹੜੀ ਮਤੀ ਦੇ ਵਿੱਚ ਆ ਜਾਂਦੀਆਂ ਵਾ, ਫਿਰ ਮਤੀ ਦੇ ਵਿੱਚੋਂ ਇਹਨਾਂ ਨੂੰ ਕੋਈ ਕੱਢ ਨਹੀਂ ਸਕਦਾ। ਨਾ ਤੇ ਪਾਣੀ ਇਹਨਾਂ ਨੂੰ ਗਾਲ ਸਕਦਾ, ਨਾ ਇਹਨਾਂ ਨੂੰ ਅੱਗ ਸਾੜ ਸਕਦੀ ਆ, ਨਾ ਲਟੇਰੇ ਇਹਨਾਂ ਨੂੰ ਖੋਹ ਸਕਦੇ ਆ, ਤੇ ਨਾ ਅੱਗ ਜਾਲ ਸਕਦੀ ਆ। ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਜੀਵ ਨੂੰ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ, ਉਦੋਂ ਸ਼ਾਸ਼ਵਤ ਗਿਆਨ ਪ੍ਰਗਟ ਹੁੰਦਾ। ਸਤ ਚਿਤ ਆਨੰਦ ਸਰੂਪ ਬ੍ਰਹਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਔਰ ਉਹੋ ਹੀ ਬ੍ਰਹਮ ਗਿਆਨ ਹੁੰਦਾ ਜਿਹੜਾ ਸਾਰੇ ਬੰਧਨ ਤੋੜ ਦਿੰਦਾ, ਸਾਰਿਆਂ ਪ੍ਰਸ਼ਨਾਂ ਦਾ ਉੱਤਰ ਆ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਤੂੰ ਸਾਰੀ ਉਮਰ ਸੰਸਾਰ ਦਾ ਧਨ ਇਕੱਠਾ ਕਰਨ ਦੇ ਵਿੱਚ ਹੀ ਲਾ ਦਿੱਤੀ ਆ, ਜਿਹੜਾ ਕਿ ਨਹੀਂ ਰਹਿਣਾ। ਜੇ ਤੂੰ ਨਾ ਉਡਾਏਗਾ, ਖਪਾਏਗਾ, ਇਹਨੂੰ ਗਵਾਏਗਾ ਤੇ ਆਉਣ ਵਾਲੀ ਔਲਾਦ ਗਵਾ ਦੇਗੀ। ਤੋ ਭਾਈ ਧਨ ਨੂੰ ਧਰਮ ਦੇ ਰਾਹ ਤੇ ਲਾਉਣਾ, ਫੇਰ ਧਨ ਜਿਹੜਾ ਹੈਗਾ ਉਹ ਸਦਾ ਵਾਸਤੇ ਟਿਕਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਵਾਹਿਗੁਰੂ ਪਰਮਾਤਮਾ ਜੀ ਦੇ ਗੁਣ ਨੇ, ਪ੍ਰਭੂ ਦਾ ਨਾਮ ਆ ਜਿਹੜਾ, ਔਰ ਪ੍ਰਭੂ ਦੇ ਜਿਹੜੇ ਗੁਣ ਨੇ, ਪ੍ਰਭੂ ਦੇ ਜਿਹੜੇ ਸੰਸਕਾਰ ਨੇ, ਪ੍ਰਭੂ ਦੇ ਸੁਭਾਅ ਨੇ, ਚੰਗੀਆਂ ਆਦਤਾਂ ਨੇ, ਮਹਾਰਾਜ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਕੋਈ ਸੰਨ ਨਹੀਂ ਲਾ ਸਕਦਾ। ਇਸ ਸੰਪਦਾ ਨੂੰ ਵੀ ਇਕੱਠੀ ਕਰਨੀ ਚਾਹੀਦਾ, ਤਾਂ ਹੀ ਸੰਸਾਰ ਦੇ ਸੁੱਖ ਜਿਹੜੇ ਨੇ ਉਹ ਰਾਸ ਆਉਂਦੇ ਆ। ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ, ਤੋ ਜਦੋਂ ਅੰਦਰ ਭਾਵ ਬਣ ਜਾਂਦਾ ਬ੍ਰਹਮ ਗਿਆਨ ਦਾ, ਤੇ ਫਿਰ ਜੋ ਵੀ ਆ ਦੁੱਖ ਸੁੱਖ ਜਹ ਪਰਸੇ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਦੁੱਖ ਸੁੱਖ, ਅਮੀਰੀ ਗਰੀਬੀ,
ਫਿਰ ਉਹਨੂੰ ਵਿਆਪਦੀ ਨਹੀਂ, ਇਹ ਵੀ ਪਰਮਾਤਮਾ ਦਾ ਰੰਗ ਹੀ ਉਹਨੂੰ ਮਹਿਸੂਸ ਹੁੰਦਾ। ਜਦੋਂ ਉਹਦੇ ਮਨ ਦੇ ਵਿੱਚ ਭਾਵ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਆ ਜਾਂਦਾ, ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਉਹਨੂੰ ਫਿਰ ਸਭ ਹਾਲਾਤ ਜਿਹੜੇ ਨੇ ਉਹ ਵਾਹਿਗੁਰੂ ਪਰਮਾਤਮਾ ਮਈ ਹੀ ਮਹਿਸੂਸ ਹੁੰਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਸਾਧ-ਸੰਗ ਜੋ ਅਕਾਲ ਪੁਰਖ ਵਾਹਿਗੁਰੂ ਕਰਾਉਣਾ ਚਾਹੁੰਦਾ ਉਹ ਹੀ ਜੀਵ ਦੇ ਹਿਰਦੇ 'ਚ ਪ੍ਰੇਰਨਾ ਦਿੰਦਾ ਤੇ ਪ੍ਰੇਰਨਾ ਦੇ ਕੇ ਕਰਾਉਂਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੋਹਣੀ ਕਿਰਤ ਕਰਦੇ ਸੀ ਤੇ ਇੱਜ਼ਤ ਸੀਗੀ, ਮਾਣ ਸਨਮਾਨ ਸੀਗਾ, ਪਰ ਵਾਹਿਗੁਰੂ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀਗਾ। ਉਹਨਾਂ ਦੀ ਨਿੰਦਿਆ ਕਰਾਈ ਕਿ ਇਹ ਮੋਦੀ ਖਾਨੇ ਦੇ ਵਿੱਚੋਂ ਗਰੀਬਾਂ ਨੂੰ ਲਟਾਉਂਦੇ ਨੇ। ਇਸੇ ਕਰਕੇ ਹੀ ਹਿਸਾਬ ਕਿਤਾਬ ਹੋਇਆ ਤੇ ਗੁਰੂ ਜੀ ਨੂੰ ਬਰਾਗ ਹੋ ਗਿਆ, ਸਭ ਕੁਝ ਹੀ ਛੱਡ ਕੇ ਉਦਾਸੀ ਤੇ ਚਲੇ ਗਏ। ਔਰ ਉਹੀ ਉਦਾਸੀ ਜਿਹੜੀ ਸੀਗੀ ਉਹ ਭਾਈ ਸੁੱਖ ਦਾ ਕਾਰਨ ਬਣੀ, ਸਾਰੇ ਜਗਤ ਦਾ ਕਲਿਆਣ ਦਾ ਕਾਰਨ ਬਣੀ। ਤੋ ਇਹ ਜੋ ਵੀ ਗੁਰੂ ਜੀ ਦੀ ਨਿੰਦਿਆ ਹੋਈ, ਜੋ ਵੀ ਹਿਸਾਬ ਕਿਤਾਬ ਹੋਇਆ, ਸਭ ਪਰਮਾਤਮਾ ਦੀ ਪ੍ਰੇਰਨਾ ਹੀ ਸੀ। ਤੋ ਇਹ ਮਗਰੋਂ ਇਹ ਰਹੱਸ ਦਾ ਪਤਾ ਲੱਗਦਾ ਵਾ ਕਿ ਜੋ ਕੁਝ ਵੀ ਹੋ ਰਿਹਾ ਸੀਗਾ ਇਹ ਵਾਹਿਗੁਰੂ ਪਰਮਾਤਮਾ ਦੀ ਪ੍ਰੇਰਨਾ ਕਰਕੇ ਹੀ ਹੋ ਰਿਹਾ ਸੀਗਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਪਸ਼ੂ ਆ ਇਹ ਕਰਮ ਕਰਨ ਦੇ ਵਿੱਚ ਪਰਤੰਤਰ ਹੁੰਦੇ ਆ ਤੇ ਮਨੁੱਖ ਜਿਹੜਾ ਉਹ ਸੁਤੰਤਰ ਹੁੰਦਾ, ਕੁਝ ਵੀ ਕਰ ਸਕਦਾ ਮਨੁੱਖ, ਪਰ ਫਲ ਦੇ ਵਿੱਚ ਸੁਤੰਤਰ ਨਹੀਂ ਹੁੰਦਾ, ਫਲ ਵਾਹਿਗੁਰੂ ਦੇ ਹੱਥ ਵਿੱਚ। ਤੋ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਮਤੀ ਦਿੱਤੀ ਹੋਈ ਆ ਇਹ ਸਾਰਿਆਂ ਨੂੰ ਇੱਕੋ ਜਿਹੀ ਦਿੱਤੀ ਹੋਈ ਆ। ਇਸ ਮਤੀ ਨੂੰ ਜੇ ਕੋਈ ਸਤ ਸੰਗਤ ਦੁਆਰਾ ਘੜੀਏ ਸ਼ਬਦ ਸੱਚੀ ਟਕਸਾਲ, ਸ਼ਬਦ ਦੁਆਰਾ ਜਦੀ ਉਹ ਢਾਲ ਲਵੇ ਚੰਗੇ ਗੁਣਾਂ ਵੱਲ, ਚੰਗੀ ਵਿਚਾਰ ਵੱਲ, ਤੇ ਉਹ ਸ਼ੋਭਨੀਕ ਹੋ ਜਾਂਦੀ ਆ। ਤੇ ਜੇ ਕੋਈ ਆਪਣੀ ਮਤੀ ਨੂੰ ਬੁਰੀ ਸੰਗਤ ਕਰਾਹੇ ਪਾ ਲਵੇ ਤੇ ਨਰਕਾਂ ਦਾ ਕਾਰਨ ਬਣ ਜਾਂਦੀ ਹੈ। ਤੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਵਾਹਿਗੁਰੂ ਪਰਮਾਤਮਾ ਦੀ ਲੀਲਾ ਜੋ ਉਹ ਕਰਾਉਣਾ ਚਾਹੁੰਦਾ ਉਹ ਜੀਵਾਂ ਦੇ ਕੋਲੋਂ ਆਪੇ ਹੀ ਕਰਾਈ ਜਾਂਦਾ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ, ਪਰ ਮਾਇਆਵੀ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਭਾਈ ਇਸ ਮਾਇਆ ਦੇ ਪ੍ਰਭਾਵ ਨੂੰ ਦੂਰ ਕਰਕੇ, ਕਿਉਂਕਿ ਕੱਲਾ ਪਰਮਾਤਮਾ ਨਹੀਂ ਹੈਗਾ, ਪਰਮਾਤਮਾ ਵੀ ਆ ਤੇ ਮਾਇਆ ਵੀ ਆ, ਦੋ ਆ। ਪਰਮਾਤਮਾ ਆਪਣੀ ਸੱਤਾ ਚਾਹੁੰਦਾ, ਮਾਇਆ ਆਪਣੀ ਸੱਤਾ ਚਾਹੁੰਦੀ ਆ, ਤੇ ਮਾਇਆ ਇਸੇ ਕਰਕੇ ਹੀ ਜ਼ੋਰ ਲਾਉਂਦੀ ਆ। ਤੋ 100 ਦੇ ਵਿੱਚੋਂ 5 ਐਸੇ ਸੱਜਣ ਹੋਣਗੇ ਜਿਹੜੇ ਪਰਮਾਤਮਾ ਦੇ ਪ੍ਰਚਾਰਕ ਨੇ, ਪਰਮਾਤਮਾ ਦੀ ਪੱਖ ਦੇ ਵਿੱਚ ਨੇ। ਬਾਕੀ 95 ਜਿਹੜੇ ਨੇ ਉਹ ਜ਼ਿਆਦਾਤਰ ਮਾਇਆਵੀ ਕੁਚੱਕਰ ਦੇ ਵਿੱਚ ਫਸੇ ਹੁੰਦੇ ਨੇ ਕਿ ਭਾਈ ਹੁਣ ਤਾਂ ਠੱਗੀ ਮਾਰਨੀ ਪੈਣੀ ਆ, ਰੋਟੀ ਨਹੀਂ ਮਿਲਣੀ, ਮਿਲਾਵਟ ਕਰਨੀ ਪੈਣੀ ਆ, ਹੁਣ ਤਾਂ ਜ਼ਮਾਨਾ ਹੀ ਇਹ ਆ, ਦੁਨੀਆ ਇੱਦਾਂ ਕਰਦੀ ਆ, ਹੁਣ ਤਾਂ ਇੱਦਾਂ ਕਰਨਾ ਹੀ ਪੈਣਾ। ਤੋ 5% ਐਸੇ ਲੋਕ ਨੇ ਜਿਹੜੇ ਗੁਰਮੁਖ ਪਿਆਰੇ ਆ, ਉਹ ਹਾਲੇ ਵੀ ਸੱਚੀ ਕਿਰਤ ਕਰਦੇ ਆ ਔਰ ਨਾਮ ਜਪਦੇ ਆ ਤੇ ਵੰਡ ਕੇ ਫੇਰ ਛਕਦੇ ਆ। ਤੋ ਇਸ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ
ਜਿਨ੍ਹਾਂ ਨੇ ਇਸ ਮਾਇਆਵੀ ਸੰਸਾਰ ਦੇ ਵਿੱਚ ਸਤ ਨੂੰ ਨਹੀਂ ਛੱਡਿਆ, ਸੱਚ ਨੂੰ ਨਹੀਂ ਛੱਡਿਆ, ਸੇਵਾ ਸਿਮਰਨ ਪਰਉਪਕਾਰ ਦਾਨ ਪੁੰਨ ਭਲਾ ਕੀਤਾ, ਤੇ ਭਾਈ ਉਹ ਧੰਤਾ ਦੇ ਯੋਗ ਨੇ, ਉਹ ਧੰਤਾ ਦੇ ਯੋਗ ਨੇ। ਉਹਨਾਂ ਨੂੰ ਚਾਹੇ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਗਰੀਬ ਨੇ, ਪਰ ਅੰਦਰ ਉਹਨਾਂ ਦਾ ਬੜਾ ਅਮੀਰ ਆ। ਤੇ ਜਿਹੜੇ ਜ਼ੋਰ ਦੇ ਨਾਲ ਅਮੀਰ ਬਣਨਾ ਚਾਹੁੰਦੇ ਨੇ, ਉਹ ਭਾਈ ਅਮੀਰ ਨਹੀਂ ਬਣ ਸਕਦੇ। ਜੇ ਧਰਮ ਦਾ ਆਸਰਾ ਲੈ ਕੇ ਵਧਣਗੇ ਤੇ ਤਾਂ ਹੀ ਅਮੀਰੀ ਬਰਕਰਾਰ ਰਹਿੰਦੀ ਆ, ਕਿਉਂਕਿ ਤਪੋ ਰਾਜ ਤੇ ਰਾਜੋ ਨਰਕ। ਤੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਸੱਚੇ ਮਾਰਗ ਤੇ ਚੱਲਣ ਦੇ ਨਾਲ ਭਾਈ ਵਡਿਆਈ ਮਿਲਦੀ ਆ। ਤੋ ਜਦੀ ਦਇਆ ਕਰੇਗਾ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਊਗਾ ਤੇ ਉਹਨੂੰ ਤੀਰਥਾਂ ਦਾ ਫਲ ਮਿਲੂਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਉਹ ਧੰਤਾ ਦੇ ਯੋਗ ਨੇ, ਜਿਹੜੇ ਚੰਗੇ ਕੰਮਾਂ ਨੂੰ, ਚੰਗੇ ਸੰਸਕਾਰਾਂ ਨੂੰ ਲੈ ਕੇ ਅੱਗੇ ਤੋਰ ਰਹੇ ਨੇ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਰ ਜਨਮ ਨਾ ਆਵਾ। ਤੋ ਮਹਾਰਾਜ ਕਹਿੰਦੇ ਨੇ ਕਿ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੁਵਨ। ਸਾਧ ਸੰਗਤ, ਜੇਕਰ ਆਪਣੇ ਤਨ ਮਨ ਦੇ ਬਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰ ਲਵੇ, ਤੋ ਫਿਰ ਕਹਿੰਦੇ ਕਿ ਜੀਵ ਜਿਹੜਾ ਇਹ ਸੁਖ ਸ਼ਾਂਤੀ ਤੋਂ ਵਿਛੜ ਕੇ ਕਿਉਂ ਰੋਵੇ। ਆਪਣੇ ਬਲਬੂਤੇ ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ। ਆਪਣੇ ਬਲਬੂਤੇ ਉਹ ਪ੍ਰਮਾਤਮਾ ਪ੍ਰਗਟ ਨਹੀਂ ਹੁੰਦਾ, ਵਸਜ ਨਹੀਂ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਕੀ ਰਸਤਾ। ਤੋ ਅੱਗੇ ਉਹ ਮਹਾਰਾਜ ਉਪਦੇਸ਼ ਕਰਦੇ ਨੇ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ, ਕਿ ਭਾਈ ਇਹ ਆ ਤਰੀਕਾ, ਪ੍ਰਥਮ ਭਗਤੀ ਸੰਤਨ ਕਰ ਸੰਗਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਜੀਵਾਂ ਨੇ ਬ੍ਰਹਮ ਗਿਆਨੀਆਂ ਦਾ ਸੰਗ ਕੀਤਾ, ਸਤ ਸੰਗ ਕੀਤਾ, ਸੇਵਾ ਕੀਤੀ ਆ, ਪਰਉਪਕਾਰ ਕੀਤਾ, ਧਰਮ ਕਮਾਇਆ, ਤੇ ਉਹਨਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੋਇਆ, ਔਰ ਉਹ ਉਸ ਮਿਲਾਪ ਦੇ ਰੰਗ ਨੂੰ ਮਾਣਦੇ ਨੇ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ। ਭਾਈ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਪਿਛਲੀ ਭਗਤੀ ਜਦੋਂ ਜਾਗਰਤ ਹੁੰਦੀ ਆ, ਤੇ ਹੁਣ ਦੀ ਭਗਤੀ ਜਦੋਂ ਨਾਲ ਰਲਦੀ ਆ, ਤੇ ਫਿਰ ਮੱਥੇ ਦੇ ਤੇ ਭਾਗ ਜਿਹੜੇ ਨੇ ਉਹ ਪ੍ਰਗਟ ਹੁੰਦੇ ਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਪਿਛਲੀ ਜਿਹੜੀ ਸੇਵਾ ਸਿਮਰਨ ਭਗਤੀ ਕੀਤੀ ਆ, ਉਹਦੇ ਨਾਲ ਹੀ ਇਹ ਮੱਥੇ ਦੇ ਭਾਗ ਜਿਹੜੇ ਨੇ ਉਹ ਜਾਗਰਤ ਹੋਏ ਆ। ਔਰ ਇਹ ਜਿਹੜਾ ਮਹੀਨਾ ਵਾ ਵੱਡੇ ਦਿਨ ਨੇ, ਵੱਡਾ ਮਹੀਨਾ। ਤੋ ਕਹਿੰਦੇ ਨੇ ਕਿ ਇਹ
ਰੰਗੀਲਾ ਬਣ ਗਿਆ, ਘਰ ਦੇ ਵਿੱਚ ਉਤਸਵ ਵਰਗਾ ਮਾਹੌਲ ਬਣ ਗਿਆ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੋਣ ਕਰਕੇ ਘਰ ਦੇ ਵਿੱਚ ਰੰਗੀਲਾ ਉਤਸਵ ਵਰਗਾ ਮਾਹੌਲ ਬਣ ਗਿਆ। ਤੋ ਸਾਧ ਸੰਗਤ, ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਹੁਣ ਜਿਹੜਾ ਮਹੀਨਾ ਚੱਲਦਾ, ਹੁਣ ਜਿਹੜੇ ਦਿਨ ਚੱਲਦੇ ਆ, ਇੰਨੀ ਗਰਮੀ ਇੰਨੀ ਲੋ ਆ ਕਿ ਜਿੰਨੇ ਵੀ ਦਰਖਤ ਨੇ ਸਾਰੇ ਸੁੱਕੇ ਆ। ਪਰ ਜਿਨ੍ਹਾਂ ਦਰਖਤਾਂ ਦੀਆਂ ਜੜ੍ਹਾਂ ਡੂੰਘੀਆਂ ਵਾ, ਉਹ ਥੱਲੜਾ ਪਾਣੀ ਲੈ ਲੈਂਦੇ ਨੇ ਤੇ ਹਰੇ ਭਰੇ ਰਹਿੰਦੇ ਨੇ। ਤੋ ਇਸੇ ਤਰ੍ਹਾਂ ਹੀ ਸਾਧ ਸੰਗਤ, ਪਰਮਾਤਮਾ ਦੇ ਨਾਲ ਪਿਆਰ ਉੱਤੋਂ ਤੋਂ ਨਹੀਂ, ਵਿੱਚੋਂ ਵਿੱਚੋਂ ਹੋਣਾ ਚਾਹੀਦਾ, ਤੇ ਤਾਂ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਤੋ ਭਾਈ, ਇਸ ਮਹੀਨੇ ਦੇ ਵਿੱਚ ਮਹਾਰਾਜ ਦੇ ਉਪਦੇਸ਼ ਨੂੰ ਕਮਾਓ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰੋ, ਔਰ ਆਪਣਾ ਲੋਕ ਸੁਖੀਏ ਪਰਲੋਕ ਸੁਹੇਲੇ ਬਣਾਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।